ਸਤਿ ਸ਼੍ਰੀ ਅਕਾਲ ਜੀ। ਤੁਸੀਂ ਪ੍ਰਾਈਮ ਏਸ਼ੀਆ ਟੈਲੀਵਿਜ਼ਨ ਦੇਖ ਰਹੇ ਹੋ। ਮੈਂ ਹਾਂ ਸਵਰਨ ਸਿੰਘ ਟਹਿਣਾ ਤੇ ਦੋਸਤੋ ਹਰ ਰੋਜ਼ ਦੀ ਤਰ੍ਹਾਂ ਹੀ ਪ੍ਰੋਗਰਾਮ ਖਬਰ ਦੀ ਖਬਰ ਲੈ ਕੇ ਹਾਜ਼ਰ ਹਾਂ। ਪਹਿਲੀ ਵੱਡੀ ਖਬਰ ਦੇ ਵੱਲ ਜਾਣ ਤੋਂ ਪਹਿਲਾਂ ਪੰਜਾਬ ਦੇ ਮੌਸਮ ਦੀ ਹਾਲ ਬਿਆਨੀ ਕਰਨੀ ਬਣਦੀ ਹੈ। ਮੌਸਮ ਵਿਭਾਗ ਨੇ ਇਹ ਗੱਲ ਕਹੀ ਹੈ ਕਿ ਰਾਤ ਦਾ ਪਾਰਾ ਪੰਜਾਬ ਦੇ ਵਿੱਚ ਹੋਰ ਲੁੜਕ ਜਾਣਾ, ਯਾਨੀ ਕਿ ਠੰਡ ਆ ਜਿਹੜੀ ਉਹ ਰਜਾਈ ਵਾਲੀ ਸ਼ੁਰੂ ਹੋ ਚੁੱਕੀ ਹੈ ਤੇ ਦਿਨ ਦੇ ਵੇਲੇ ਮੌਸਮ ਘਸਮੈਲਾ ਜਾ ਇਸ ਕਰਕੇ ਆ ਤੇ ਰਹਿਣਾ ਵੀ ਹੈ ਇਸ ਕਰਕੇ ਕਿਉਂਕਿ ਪੰਜਾਬ ਦੇ ਵਿੱਚ ਧੁੰਦ ਤੇ ਧੂਏ ਦਾ ਮਿਸ਼ਰਣ ਜਿਹਨੂੰ ਅਸੀਂ ਸਮੌਗ ਕਹਿੰਦੇ ਆ ਉਹ ਕਹਿਰ ਰਹੀ ਆ। ਤੇ ਜਲੰਧਰ ਦੀ ਗੱਲ ਕਰੀਏ, ਲੁਧਿਆਣਾ, ਅੰਮ੍ਰਿਤਸਰ, ਪਟਿਆਲਾ, ਮੋਹਾਲੀ ਤੇ ਆਲੇ ਦੁਆਲੇ ਦੇ ਹੋਰ ਖੇਤਰ ਆ ਜਿਹੜੇ ਇੱਥੇ ਦ੍ਰਿਸ਼ਟਤਾ ਜਿਹਨੂੰ ਅਸੀਂ ਵਿਜ਼ੀਬਿਲਟੀ ਕਹਿੰਦੇ ਆ ਉਹ 500 ਮੀਟਰ ਤੋਂ ਵੀ ਘਟੀ ਜਾਂਦੀ ਹੈ ਕਿਉਂਕਿ ਇਸ ਵਕਤ ਧੂੜ ਤੇ ਧੂਏ ਦੇ ਮਿਸ਼ਰਣ ਦੇ ਕਰਕੇ ਅੱਗੇ ਬਹੁਤ ਘੱਟ ਕੁਝ ਦਿਸਦਾ। ਅੱਗੇ ਆਮ ਤੌਰ ਦੇ ਉੱਤੇ ਸਾਡੀ ਦ੍ਰਿਸ਼ਟੀ ਹੈ ਜਿਹੜੀ ਉਹ ਬਹੁਤ ਦੂਰ ਤੱਕ ਚਲੀ ਜਾਂਦੀ ਹੈ, ਇਹ ਲਗਾਤਾਰ ਘਟ ਰਹੀ ਹੈ। ਉਸ ਤੋਂ ਅਗਲੀ ਗੱਲ ਇਹ ਹੈ ਕਿ 9 ਤਰੀਕ ਤੱਕ ਯਾਨੀ ਕਿ 9 ਨਵੰਬਰ ਤੱਕ ਪੰਜਾਬ ਦੇ ਵਿੱਚ ਮੀਂਹ ਕਣੀ ਦੀ ਕੋਈ ਸੰਭਾਵਨਾ ਨਹੀਂ। ਮੌਸਮ ਵਿਭਾਗ ਨੇ ਇਹ ਗੱਲ ਕਹੀ ਹੈ ਕਿ 9 ਤਰੀਕ ਨੂੰ ਜਾਂ 9 ਤੋਂ ਬਾਅਦ ਪੰਜਾਬ ਦੇ ਕੁਝ ਹਿੱਸਿਆਂ ਦੇ ਵਿੱਚ ਮੀਂਹ ਕਣੀ ਦੀ ਪੂਰੀ ਸੰਭਾਵਨਾ ਹੈਗੀ ਹੈ। ਤੇ ਮੌਸਮ ਵਿਭਾਗ ਨੇ ਕਿਹਾ ਕਿ ਜਿਹੜੀ ਸੁੱਕੀ ਜੀ ਠੰਡ ਪੈ ਰਹੀ ਹੈ ਜਿਹਦੇ ਕਰਕੇ ਇਸ ਵਕਤ ਖੰਘ ਦੀ ਜਾਂ ਬੁਖਾਰ ਦੀ ਜਾਂ ਕੁਝ ਕੁ ਛਾਤੀ ਦੇ ਨਾਲ ਸੰਬੰਧਿਤ ਰੋਗਾਂ ਦੀਆਂ ਸਮੱਸਿਆਵਾਂ ਜਿਹੜੀਆਂ ਵੱਧ ਰਹੀਆਂ, ਇਹ ਮੀਂਹ ਪੈਣ ਤੋਂ ਬਾਅਦ ਜਦੋਂ ਧੂੜ ਮਿੱਟੀ ਦੇ ਕਣ ਜੰਮ ਜਾਣਗੇ ਥੱਲੇ ਤੇ ਉਸ ਤੋਂ ਬਾਅਦ ਇਹ ਸਾਰਾ ਕੁਝ ਘਟੂਗਾ। ਯਾਨੀ ਕਿ 9 ਤਰੀਕ ਤੱਕ ਪੰਜਾਬ ਦੇ ਵਿੱਚ ਮੌਸਮ ਸਥਿਰ ਰਹਿਣਾ ਤੇ 9 ਤਰੀਕ ਤੋਂ ਬਾਅਦ ਪੰਜਾਬ ਦੇ ਵਿੱਚ ਕਣੀਆਂ ਪੈਣ ਦੀ ਸੰਭਾਵਨਾ ਪ੍ਰਗਟ ਕੀਤੀ ਗਈ ਹੈ। ਹੁਣ ਜੀ ਪਹਿਲੀ ਵੱਡੀ ਖਬਰ ਦੇ ਵੱਲ ਜਾਣ ਤੋਂ ਪਹਿਲਾਂ ਇੱਕ ਹੋਰ ਅਵੱਲੀ ਖਬਰ ਦੀ ਬਾਤ ਪਾਈਏ ਤਾਂ ਉਹ ਬਿਹਾਰ ਦੀਆਂ ਚੋਣਾਂ ਨਾਲ ਸੰਬੰਧਿਤ ਹੈ। ਬਿਹਾਰ ਦੇ ਵਿੱਚ 3 ਪੜਾਵਾਂ ਦੇ ਵਿੱਚ ਵੋਟਾਂ ਪੈਣੀਆਂ, 2 ਪੜਾਵਾਂ ਦੀਆਂ ਪੈ ਗਈਆਂ, 1 ਪੜਾਅ ਬਾਕੀ ਹੈ। ਤੀਜਾ ਪੜਾਅ ਜਿਹੜਾ ਉਹਦੇ ਚੋਣ ਪ੍ਰਚਾਰ ਦਾ ਆਖਰੀ ਮੌਕਾ ਆਪਾਂ ਕਹਿ ਸਕਦੇ ਹਾਂ ਜਾਂ ਕਹਿ ਦਈਏ ਵੀ ਤੀਜੇ ਪੜਾਅ ਦਾ ਚੋਣ ਪ੍ਰਚਾਰ ਦਾ ਆਖਰੀ ਪੜਾਅ ਚੱਲਦਾ। ਅੱਜ ਦਰਭੰਗਾ ਦੇ ਵਿੱਚ ਬੀਜੇਪੀ ਦੇ ਰਾਸ਼ਟਰੀ ਪ੍ਰਧਾਨ JP ਨੱਡਾ ਯਾਨੀ ਕਿ ਜਗਤ ਪ੍ਰਕਾਸ਼ ਨੱਡਾ ਹੋਰਾਂ ਦੇ ਵੱਲੋਂ ਰੈਲੀ ਨੂੰ ਸੰਬੋਧਨ ਕੀਤਾ ਗਿਆ। ਯਾਨੀ ਕਿ ਇੱਥੇ ਜੋ ਗੱਲਾਂ ਕੀਤੀਆਂ ਗਈਆਂ ਉਹ ਤੁਹਾਨੂੰ ਸ਼ਾਇਦ ਹਸਾਉਣ ਵੀ, ਕਿਉਂਕਿ ਇੱਥੇ ਉਹਨਾਂ ਨੇ ਚੋਣ ਪ੍ਰਚਾਰ ਕਰਦਿਆਂ ਰੈਲੀ ਨੂੰ ਸੰਬੋਧਨ ਕਰਦਿਆਂ ਡੋਨਲਡ ਟਰੰਪ ਦੀ ਤੇ ਜੋ ਬਾਈਡਨ ਦੀ ਗੱਲ ਕੀਤੀ ਹੈ। ਉਹਨਾਂ ਨੇ ਅਮਰੀਕੀ ਰਾਸ਼ਟਰਪਤੀ ਚੋਣਾਂ ਦੀ ਇੱਥੇ ਉਦਾਹਰਨ ਪੇਸ਼ ਕੀਤੀ ਹੈ। ਉਹ ਕਹਿੰਦੇ ਵੀ ਟਰੰਪ ਦਾ ਤਾਜ ਇਸ ਵਕਤ ਇਸ ਕਰਕੇ ਲੜਖੜਾ ਰਿਹਾ ਅਮਰੀਕਾ ਦੇ ਵਿੱਚ ਕਿਉਂਕਿ ਉਹਨੇ ਕਰੋਨਾ ਦੇ ਮੁੱਦੇ ਦੇ ਉੱਤੇ ਸਹੀ ਤਰੀਕੇ ਨਾਲ ਢੁਕਵਾਂ ਕੰਮ ਨਹੀਂ ਕੀਤਾ। ਉਹਨਾਂ ਨੇ ਇਹ ਗੱਲ ਕਹੀ ਹੈ ਇੱਥੇ ਵੀ ਅਮਰੀਕਾ ਵਰਗਾ ਵਿਕਸਿਤ ਦੇਸ਼ ਜਿੱਥੇ ਕਿ ਬਹੁਤ ਕੁਝ ਕੀਤਾ ਜਾ ਸਕਦਾ ਸੀ, ਉੱਥੇ ਡੋਨਲਡ ਟਰੰਪ ਦੇ ਵੱਲੋਂ ਸਹੀ ਤਰੀਕੇ ਦੇ ਨਾਲ ਕਰੋਨਾ ਦੇ ਮਾਮਲੇ ਦਾ ਹੱਲ ਨਹੀਂ ਕੱਢਿਆ ਗਿਆ ਜਿਹਦੇ ਕਰਕੇ ਉਹਦੀ ਕੁਰਸੀ ਹਿੱਲ ਰਹੀ ਹੈ। ਪਰ ਇਹਦੇ ਮੁਕਾਬਲਤਨ ਭਾਰਤ ਦੇ ਵਿੱਚ ਮੋਦੀ ਸਾਹਿਬ ਨੇ ਜੋ ਕਮਾਲ ਕੀਤੀ ਹੈ ਇਸ ਕਰੋਨਾ ਦੇ ਕਹਿਰ ਦੇ ਵਿੱਚ ਉਹਦੀਆਂ ਮਿਸਾਲਾਂ ਹੀ ਕਿਤੇ ਹੈ ਨਹੀਂ। ਉਹਨਾਂ ਨੇ ਇਹ ਗੱਲ ਕਹੀ ਹੈ ਵੀ 15 ਲੱਖ ਟੈਸਟ ਇੱਕ ਦਿਨ ਦੇ ਵਿੱਚ ਸ਼ੁਰੂ ਕਰਤੇ, ਵੈਂਟੀਲੇਟਰਾਂ ਦੀ ਭਾਰਤ ਦੇ ਵਿੱਚ ਘਾਟ ਕੋਈ ਨਹੀਂ ਸੀ, ਬਹੁਤ ਕਮਾਲ ਦੀਆਂ ਸਹੂਲਤਾਂ ਮੁਹੱਈਆ ਕਰਵਾਈਆਂ। ਇਸ ਮਹਾਮਾਰੀ ਦੇ ਨਾਲ ਨਜਿੱਠਣ ਵਾਸਤੇ ਵੇਲੇ ਸਿਰ ਤਾਲਾਬੰਦੀ ਕਰ ਦਿੱਤੀ ਗਈ। ਹੁਣ ਹੌਲੀ ਸਾਰਾ ਕੁਝ ਖੋਲ੍ਹਿਆ ਗਿਆ ਜਾਂ ਖੋਲ੍ਹਿਆ ਜਾ ਰਿਹਾ। ਸੋ ਉਹਨਾਂ ਨੇ ਅੱਜ ਬਿਹਾਰ ਦੀਆਂ ਚੋਣਾਂ ਦੇ ਵਿੱਚ ਇਹ ਕਮਾਲ ਦੀ ਉਦਾਹਰਨ ਪੇਸ਼ ਕੀਤੀ ਹੈ। ਇਹ ਤਾਂ ਵਕਤ ਦੱਸੂਗਾ ਕਿ ਇਹ ਜਿਹੜੀ ਤੀਜੇ ਪੜਾਅ ਦੀ ਚੋਣ ਪ੍ਰਕਿਰਿਆ, ਵੋਟਾਂ ਦੀ ਪ੍ਰਕਿਰਿਆ, ਇਹਦੇ ਵਿੱਚ JP ਨੱਡਾ ਹੋਰਾਂ ਦੀ ਅਮਰੀਕੀ ਉਦਾਹਰਨ ਕਿੰਨਾ ਕੰਮ ਕਰਦੀ ਹੈ। ਪਰ ਮੈਂ ਥੋੜ੍ਹਾ ਜਿਹਾ ਇਸ ਗੱਲੋਂ ਹੈਰਾਨ ਜ਼ਰੂਰ ਹਾਂ ਵੀ ਐਤਕੀ ਸਾਰਾ ਕੁਝ ਉਲਟ ਪੁਲਟ ਜਿਹਾ ਹੋ ਰਿਹਾ। ਬਿਹਾਰ ਦੇ ਵਿੱਚ ਪਤਾ ਲੱਗਾ ਦੂਜੇ ਪੜਾਅ ਦੀਆਂ ਵੋਟਾਂ ਅਮਨਪੂਰਵਕ ਪਈਆਂ ਤੇ ਹੁਣ ਜਦੋਂ ਨਤੀਜੇ ਆਉਣ ਦੇ ਵਿੱਚ ਕੁਝ ਕੁ ਘੰਟੇ ਬਾਕੀ ਆ ਜਾਂ ਹੁਣ ਜਦੋਂ ਦਰਸ਼ਕ ਦੇਖ ਰਹੇ ਹੋਣਗੇ ਪ੍ਰੋਗਰਾਮ, ਉਹਨਾਂ ਨੂੰ ਪਤਾ ਲੱਗ ਜਾਣਾ ਅਮਰੀਕਾ ਦੇ ਵਿੱਚ ਕੌਣ ਰਾਸ਼ਟਰਪਤੀ ਬਣਿਆ। ਤੇ ਅਮਰੀਕਾ ਦੇ ਵਿੱਚ ਹਿੰਸਕ ਘਟਨਾਵਾਂ ਦੀਆਂ ਖਬਰਾਂ ਪ੍ਰਾਪਤ ਹੋ ਰਹੀਆਂ, ਯਾਨੀ ਕਿ ਉਲਟੇ ਹੋਰ ਜ਼ਮਾਨੇ ਆਏ ਆ। ਬਿਹਾਰ ਨੂੰ ਮਾਤ ਅਮਰੀਕਾ ਇਸ ਤਰੀਕੇ ਦੇ ਨਾਲ ਪਾ ਰਿਹਾ। ਉਸ ਤੋਂ ਅਗਲੀ ਗੱਲ ਇਹ ਹੈ ਵੀ ਪਿਛਲੇ ਦਿਨੀ ਨਿਰਮਲਾ ਸੀਤਾਰਮਨ ਜੀ ਜਿਹੜੇ ਕਿ ਵਿੱਤ ਮੰਤਰੀ ਨੇ ਭਾਰਤ ਦੇ, ਉਹਨਾਂ ਨੇ ਇਹ ਗੱਲ ਕਹੀ ਸੀ ਜੀ ਕਿ ਜੇਕਰ ਬਿਹਾਰ ਦੇ ਵਿੱਚ ਸਰਕਾਰ ਆ ਗਈ ਭਾਜਪਾ ਦੀ ਤਾਂ ਬਿਹਾਰ ਦੇ ਇਕੱਲੇ ਨਾਗਰਿਕ ਦੇ ਮੁਫਤ ਦਾ ਵਿੱਚ ਟੀਕਾ ਲੱਗੂਗਾ ਕਰੋਨਾ ਵਾਇਰਸ ਦਾ। ਮਤਲਬ ਇਹ ਹੈ ਵੀ ਇੱਥੇ ਜਿਤਾਓ ਤੇ ਫਿਰ ਤੁਹਾਨੂੰ ਟੀਕਾ ਵੀ ਮਿਲੂਗਾ ਤੇ ਜੇ ਨਾ ਜਿਤਾਇਆ ਤੇ ਫਿਰ ਟੀਕੇ ਨੂੰ ਵੀ ਤਰਸੋਗੇ, ਉਹਦਾ ਮਤਲਬ ਇਹ ਹੋਇਆ। ਪਰ ਮੈਂ ਹੈਰਾਨ ਹਾਂ ਇਸ ਗੱਲ ਦੇ ਉੱਤੇ ਵੀ ਜਦੋਂ ਅੱਜ ਨੱਡਾ ਸਾਹਿਬ ਮੋਦੀ ਸਾਹਿਬ ਦੀ ਤੇ ਆਪਣੀ ਸਰਕਾਰ ਦੀ ਕੇਂਦਰ ਦੀ ਸਿਫਤ ਕਰ ਰਹੇ ਸੀਗੇ ਬਿਹਾਰ ਦੀ ਦਰਭੰਗਾ ਰੈਲੀ ਦੇ ਵਿੱਚ, ਤਾਂ ਉਸ ਵਕਤ ਉਹ ਇਹ ਗੱਲ ਕਿਉਂ ਭੁੱਲ ਗਏ ਵੀ ਅਮਰੀਕਾ ਦੇ ਵਿੱਚ ਇੱਕ ਤੋਂ ਦੂਜੀ ਥਾਂ ਤੱਕ ਜਾਂਦੇ ਲੋਕ ਆ ਜਿਹੜੇ ਉਵੇਂ ਨਹੀਂ ਮਰੇ ਜਿਵੇਂ ਭਾਰਤ ਦੇ ਵਿੱਚ ਮਰੇ ਆ। ਅਮਰੀਕਾ ਦੇ ਵਿੱਚ ਲੋਕ ਆ ਜਿਹੜੇ ਉਸ ਤਰੀਕੇ ਦੇ ਨਾਲ ਰੋਟੀ ਨੂੰ ਵਿਰ ਨਹੀਂ ਸੀ ਕਰਦੇ ਜਿਵੇਂ ਭਾਰਤ ਦੇ ਵਿੱਚ ਕੀਤੀ ਆ। ਅਮਰੀਕਾ ਦੇ ਵਿੱਚ ਹੋਰ ਬਹੁਤ ਸਾਰੀਆਂ ਮੁਸ਼ਕਲਾਂ ਸੀ ਤੇ ਭਾਰਤ ਦੇ ਵਿੱਚ ਮੁਸ਼ਕਲ ਤੋਂ ਬਿਨਾਂ ਕੁਝ ਨਹੀਂ ਸੀ। ਇਸ ਗੱਲ ਨੂੰ ਅਸੀਂ ਭੁੱਲਦੇ ਕਿਹੜੀ ਗੱਲੋਂ ਆ? ਅਸੀਂ ਅਮਰੀਕਾ ਨਾਲ ਤੁਲਨਾ ਕਰਨ ਲੱਗ ਪੈਂਦੇ ਆ। ਸਾਨੂੰ ਪਹਿਲਾਂ ਨੇੜਲੇ ਹੋਰ ਦੇਸ਼ਾਂ ਦੇ ਨਾਲ, ਛੋਟੇ ਦੇਸ਼ਾਂ ਨਾਲ ਤੁਲਨਾ ਕਰਨੀ ਚਾਹੀਦੀ ਹੈ ਕਿ ਫਲਾਣੇ ਦੇਸ਼ ਨੇ ਕਿਵੇਂ ਸਾਡੇ ਤੋਂ ਪਹਿਲਾਂ ਕਰੋਨਾ ਮੁਕਾ ਲਿਆ। ਨਿਊਜ਼ੀਲੈਂਡ ਦੇ ਵਿੱਚ ਆਬਾਦੀ ਕਿੰਨੀ ਕੁ 5 ਮਿਲੀਅਨ ਦੇ ਕਰੀਬ ਆ ਲਗਭਗ, ਪਰ ਉੱਥੇ ਕਰੋਨਾ ਕਿੰਨੀ ਛੇਤੀ ਮੁੱਕਿਆ ਤੇ ਭਾਰਤ ਦੇ ਵਿੱਚ ਕਿਵੇਂ ਵਧਿਆ। ਤੇ ਜੇ ਅਸੀਂ ਕਹਿੰਦੇ ਵੀ ਉੱਥੇ ਆਬਾਦੀ ਘੱਟ ਹੈ ਤਾਂ ਅਮਰੀਕਾ ਦੀ ਕਿਹੜਾ ਭਾਰਤ ਨਾਲੋਂ ਆਬਾਦੀ ਵੱਧ ਹੈ। ਸੋ ਇਹੋ ਜਿਹੀਆਂ ਗੱਲਾਂ ਵੀ ਤੁਲਨਾਤਮਕ ਅਧਿਐਨ ਦੇ ਵਿੱਚ ਆਉਣੀਆਂ ਚਾਹੀਦੀਆਂ ਜਿਹੜੀਆਂ ਕਿ ਸ਼ਾਇਦ ਨੱਡਾ ਸਾਹਿਬ ਦੇ ਇਸ ਕਰਕੇ ਚੇਤੇ ਨਹੀਂ ਆਈਆਂ
ਕਿਉਂਕਿ ਉਹ ਇਸ ਵਕਤ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਹੈਗੇ ਆ। ਪਰ ਅਗਲੀ ਗੱਲ ਇਹ ਆ ਕਿ ਅੱਜ ਪੂਰੇ ਭਾਰਤ ਦੇ ਵਿੱਚ ਕਿਸਾਨਾਂ ਨੇ ਆਪਣਾ ਜਲਵਾ ਪੇਸ਼ ਕੀਤਾ। ਪੂਰੇ ਭਾਰਤ ਦੇ ਵਿੱਚ ਅੱਜ 4 ਤੋਂ ਲੈ ਕੇ 6 ਘੰਟੇ ਤੱਕ ਦਾ ਵੱਖ-ਵੱਖ ਸੂਬਿਆਂ 'ਚ ਚੱਕਾ ਜਾਮ ਹੋਇਆ। ਪੂਰੇ ਭਾਰਤ ਦੇ ਵਿੱਚ ਕਿਸਾਨਾਂ ਨੇ ਹੰਭਲਾ ਮਾਰ ਕੇ ਇਹ ਗੱਲ ਕਹੀ ਹੈ ਕਿ ਅਸੀਂ ਇਕੱਠੇ ਹਾਂ ਤੇ ਕੇਂਦਰ ਦੀਆਂ ਨੀਤੀਆਂ ਦੇ ਖਿਲਾਫ ਅਸੀਂ ਇਕਜੁੱਟ ਹਾਂ ਤੇ ਕੇਂਦਰ ਨੂੰ ਅਸੀਂ ਗੋਡੇ ਟੇਕਣ ਵਾਸਤੇ ਮਜਬੂਰ ਕਰਾਂਗੇ ਤੇ ਸ਼ਾਲਾ ਇਦਾਂ ਹੋ ਵੀ ਜਾਵੇ, ਇਹਦੀ ਅਸੀਂ ਕਾਮਨਾ ਕਰਦੇ ਹਾਂ। ਪਰ ਇਹਦੇ ਨਾਲ ਹੀ ਇੱਕ ਹੋਰ ਗੱਲ ਦੱਸਣੀ ਬਣਦੀ ਹੈ ਵੀ JP ਨੱਡਾ ਦੇ ਵੱਲੋਂ ਕੈਪਟਨ ਅਮਰਿੰਦਰ ਸਿੰਘ ਨੂੰ ਚਿੱਠੀ ਦਾ ਉੱਤਰ ਦਿੱਤਾ ਗਿਆ। ਪਿਛਲੇ ਦਿਨੀ ਕੈਪਟਨ ਅਮਰਿੰਦਰ ਸਿੰਘ ਨੇ ਨੱਡਾ ਹੋਰਾਂ ਨੂੰ ਚਿੱਠੀ ਲਿਖੀ ਸੀ ਕਿ ਮਾਲ ਗੱਡੀਆਂ ਪੰਜਾਬ ਦੇ ਵਿੱਚ ਆ ਨਹੀਂ ਰਹੀਆਂ, ਨੁਕਸਾਨ ਬੜਾ ਹੋ ਰਿਹਾ, ਹੋਰ ਸੂਬਿਆਂ ਦਾ ਵੀ ਆਰਥਿਕ ਨੁਕਸਾਨ ਹੋ ਸਕਦਾ, ਬਰਫ਼ਬਾਰੀ ਪਹਾੜੀ ਖੇਤਰਾਂ ਦੇ ਵਿੱਚ ਸ਼ੁਰੂ ਹੋ ਚੁੱਕੀ ਹੈ, ਜੇਕਰ ਮਾਲ ਗੱਡੀਆਂ ਨਾ ਆਈਆਂ ਤਾਂ ਬਾਕੀ ਸੂਬੇ ਵੀ ਪ੍ਰਭਾਵਿਤ ਹੋਣਗੇ। ਹੁਣ ਖਰੀਆਂ JP ਨੱਡਾ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਉਲਟਾ ਸੁਣਾ ਦਿੱਤੀਆਂ। ਉਹਨਾਂ ਨੇ ਕਿਹਾ ਵੀ ਜੋ ਵੀ ਇਸ ਵਕਤ ਚੱਲ ਰਿਹਾ ਇਹਦੇ ਵਾਸਤੇ ਜ਼ਿੰਮੇਵਾਰ ਤੁਸੀਂ ਆ, ਕੋਈ ਗਵਾਂਢੋਂ ਆ ਕੇ ਨਹੀਂ ਜ਼ਿੰਮੇਵਾਰ। ਤੁਸੀਂ ਰੇਲਾਂ ਦੀ ਸੁਰੱਖਿਆ ਯਕੀਨੀ ਨਹੀਂ ਬਣਾਈ, ਤੁਸੀਂ ਹੀ ਕਿਸਾਨਾਂ ਨੂੰ ਇਹ ਗੱਲ ਕਹੀ ਸੀ ਕਿ ਜੇਕਰ ਧਰਨੇ ਪ੍ਰਦਰਸ਼ਨ ਕਰੋਗੇ ਤੁਹਾਡੇ ਤੇ ਪਰਚੇ ਨਹੀਂ ਦਰਜ ਹੋਣੇ, ਆਪੇ ਤੁਸੀਂ ਰੋਗ ਲਾਉਨੇ ਆ, ਆਪੇ ਤੁਸੀਂ ਦਵਾਈ ਦਿੰਨੇ ਆ ਤੇ ਫਿਰ ਇਹ ਗੱਲ ਜੱਚਦੀ ਨਹੀਂ। ਯਾਨੀ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਖਰੀਆਂ ਸੁਣਾ ਕੇ JP ਨੱਡਾ ਹੋਰਾਂ ਨੇ ਇਹ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਹੈ ਵੀ ਅਸੀਂ ਆਪਣੀ ਥਾਂ ਦੇ ਉੱਤੇ ਠੀਕ ਆ, ਸਾਡਾ ਸਟੈਂਡ ਬਿਲਕੁਲ ਅਟੱਲ ਹੈ। ਜਿਹੜੀਆਂ ਗੱਲਾਂ, ਜਿਹੜੇ ਕਸੂਰ ਆ, ਜੋ ਵੀ ਇਸ ਵਕਤ ਪੰਜਾਬ ਦਾ ਮਾਹੌਲ ਬਣਿਆ ਹੋਇਆ, ਇਹਦੇ ਵਾਸਤੇ ਜਨਾਬ ਤੁਸੀਂ ਹੀ ਜ਼ਿੰਮੇਵਾਰ ਹੋ। ਪਹਿਲਾਂ ਇਸ ਰਿਪੋਰਟ ਦਾ ਵੇਰਵਾ ਤੇ ਬਾਅਦ ਵਿੱਚ ਕਰਾਂਗੇ ਟਿੱਪਣੀ। BJP ਦੇ ਪ੍ਰਧਾਨ JP ਨੱਡਾ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਚਿੱਠੀ ਦਾ ਤਿੱਖਾ ਜਵਾਬ ਦਿੱਤਾ ਹੈ। ਉਹਨਾਂ ਨੇ ਪੰਜਾਬ ਦੇ ਵਿੱਚ ਮਾਲ ਗੱਡੀਆਂ ਦੀ ਆਵਾਜਾਈ ਮੁਲਤਵੀ ਕੀਤੇ ਜਾਣ ਦੇ ਮੁੱਦੇ ਨੂੰ ਲੈ ਕੇ ਕੈਪਟਨ ਦੀ ਹੀ ਤਿੱਖੀ ਆਲੋਚਨਾ ਕੀਤੀ ਹੈ। ਉਹਨਾਂ ਕਿਹਾ ਕਿ ਇਸ ਲਈ ਉਹ ਤੇ ਉਹਨਾਂ ਦੀ ਪਾਰਟੀ ਹੀ ਜ਼ਿੰਮੇਵਾਰ ਹੈ ਕਿਉਂਕਿ ਉਹਨਾਂ ਨੇ ਖੇਤੀ ਸੁਧਾਰ ਕਾਨੂੰਨਾਂ ਵਿਰੁੱਧ ਪ੍ਰਦਰਸ਼ਨਾਂ ਨੂੰ ਖੁੱਲ੍ਹ ਕੇ ਹਵਾ ਦਿੱਤੀ। ਇੱਥੇ ਚੇਤੇ ਰੱਖਣਾ ਬਣਦਾ ਹੈ ਕਿ BJP ਮੁਖੀ ਨੂੰ ਖੁੱਲ੍ਹੀ ਚਿੱਠੀ ਲਿਖ ਕੇ ਕੈਪਟਨ ਅਮਰਿੰਦਰ ਸਿੰਘ ਨੇ ਮਾਲ ਗੱਡੀਆਂ ਦੀ ਆਵਾਜਾਈ ਲਗਾਤਾਰ ਮੁਲਤਵੀ ਰੱਖੇ ਜਾਣ ਦੇ ਉੱਤੇ ਚਿੰਤਾ ਪ੍ਰਗਟਾਈ ਸੀ। ਇਹਦੇ ਨਾਲ ਹੀ ਮਾਲ ਗੱਡੀਆਂ ਦੀ ਆਵਾਜਾਈ ਰੁਕਣ ਕਾਰਨ ਰਾਸ਼ਟਰੀ ਸੁਰੱਖਿਆ ਤੇ ਹਥਿਆਰਬੰਦ ਬਲਾਂ ਨੂੰ ਅਹਿਮ ਸਮਾਨ ਦੀ ਸਪਲਾਈ ਨਾ ਹੋਣ ਕਰਕੇ ਖਤਰਨਾਕ ਨਤੀਜੇ ਸਾਹਮਣੇ ਆਉਣ ਦੀ ਗੱਲ ਕਹੀ ਸੀ। ਚਿੱਠੀ ਦੇ ਵਿੱਚ ਕੈਪਟਨ ਨੇ ਲਿਖਿਆ ਸੀ ਕਿ ਚੀਨ ਤੇ ਪਾਕਿਸਤਾਨ ਦੋਵੇਂ ਦੇਸ਼ਾਂ ਦੇ ਨਿੱਤ ਵੱਧਦੇ ਜਾ ਰਹੇ ਹਮਲਾਵਰ ਰੁਖ ਦੇ ਬਾਵਜੂਦ ਹਥਿਆਰਬੰਦ ਬਲਾਂ ਨੂੰ ਅਹਿਮ ਸਮਾਨ ਦੀ ਸਪਲਾਈ ਨਹੀਂ ਹੋਈ, ਜੋ ਦੇਸ਼ ਦੇ ਲਈ ਬਹੁਤ ਖਤਰਨਾਕ ਸਾਬਤ ਹੋ ਸਕਦੀ ਹੈ। ਕੈਪਟਨ ਦੀ ਚਿੱਠੀ ਦੇ ਉੱਤਰ ਦੇ ਵਿੱਚ ਨੱਡਾ ਨੇ ਆਪਣੀ ਚਿੱਠੀ ਦੇ ਵਿੱਚ ਲਿਖਿਆ ਕਿ ਸੂਬੇ ਦੀ ਸਥਿਤੀ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਪ੍ਰਗਟ ਕੀਤੀ ਗਈ ਚਿੰਤਾ ਤੋਂ ਉਹ ਜਾਣੂ ਨੇ, ਪਰ ਮੇਰੇ ਹਿਸਾਬ ਨਾਲ ਇਸ ਮੰਦਭਾਗੀ ਸਥਿਤੀ ਵਾਸਤੇ ਤੁਸੀਂ ਖੁਦ ਹੀ ਜ਼ਿੰਮੇਵਾਰ ਹੋ। ਭਾਰਤ ਸਰਕਾਰ ਤਾਂ ਪੰਜਾਬ ਦੇ ਵਿੱਚ ਰੇਲ ਗੱਡੀਆਂ ਚਲਾਉਣਾ ਚਾਹੁੰਦੀ ਹੈ, ਪਰ ਮੰਦਭਾਗੀ ਗੱਲ ਇਹ ਹੈ ਕਿ ਜਿਵੇਂ ਤੁਹਾਡੇ ਤੋਂ ਤੇ ਤੁਹਾਡੀ ਸਰਕਾਰ ਤੋਂ ਆਸ ਕੀਤੀ ਜਾਂਦੀ ਹੈ, ਤੁਸੀਂ ਉਹ ਭੂਮਿਕਾ ਸਹੀ ਤਰੀਕੇ ਨਾਲ ਨਿਭਾ ਨਹੀਂ ਰਹੇ। ਕੇਂਦਰ ਸਰਕਾਰ ਵੱਲੋਂ ਦਿੱਤੇ ਗਏ ਖੇਤੀ ਸੁਧਾਰਾਂ ਨੂੰ ਕਿਸਾਨਾਂ ਦੇ ਹਿੱਤ ਦੇ ਵਿੱਚ ਦੱਸਦਿਆਂ ਨੱਡਾ ਨੇ ਕਿਹਾ, ਮੰਦਭਾਗੀ ਗੱਲ ਇਹ ਹੈ ਕਿ ਤੁਸੀਂ ਤੇ ਤੁਹਾਡੀ ਪਾਰਟੀ ਕਾਂਗਰਸ ਨੇ ਇਹਨਾਂ ਕਾਨੂੰਨਾਂ ਦਾ ਵਿਰੋਧ ਸ਼ੁਰੂ ਕੀਤਾ ਤੇ ਇੰਜ ਕਰਦਿਆਂ ਸਾਰੀਆਂ ਹੱਦਾਂ ਤੇ ਮਰਿਆਦਾਵਾਂ ਪਾਰ ਕਰ ਦਿੱਤੀਆਂ। ਉਹਨਾਂ ਨੇ ਦੋਸ਼ ਲਾਇਆ ਕਿ ਪੰਜਾਬ ਸਰਕਾਰ ਤੇ ਕਾਂਗਰਸ ਨੇ ਕਿਸਾਨਾਂ ਨੂੰ ਰੋਸ ਮੁਜ਼ਾਹਰੇ ਕਰਨ ਵਾਸਤੇ ਉਕਸਾਇਆ ਤੇ ਖੁਦ ਧਰਨਿਆਂ ਤੇ ਪ੍ਰਦਰਸ਼ਨਾਂ ਵਿੱਚ ਹਿੱਸਾ ਲਿਆ। ਉਹਨਾਂ ਕਿਹਾ ਕਿ ਕਾਂਗਰਸ ਤੇ ਉਸ ਦੇ ਆਗੂਆਂ ਨੇ ਅਜਿਹੇ ਭੜਕਾਊ ਬਿਆਨ ਦਿੱਤੇ ਜਿਸ ਨਾਲ ਅੰਦੋਲਨ ਨੂੰ ਹੱਲਾਸ਼ੇਰੀ ਮਿਲੀ। ਉਹਨਾਂ ਕਿਹਾ ਕਿ ਤੁਹਾਡੀ ਸਰਕਾਰ ਨੇ ਅੱਗ ਦੇ ਵਿੱਚ ਘਿਓ ਪਾਉਣ ਦਾ ਕੰਮ ਕੀਤਾ ਤੇ ਤੁਸੀਂ ਖੁੱਲ੍ਹ ਕੇ ਐਲਾਨ ਕੀਤਾ ਕਿ ਮੁਜ਼ਾਹਰਾਕਾਰੀਆਂ ਦੇ ਖਿਲਾਫ FIR ਦਰਜ ਨਹੀਂ ਹੋਵੇਗੀ, ਭਾਵੇਂ ਉਹ ਸੜਕਾਂ ਜਾਂ ਰੇਲ ਦੀਆਂ ਪਟੜੀਆਂ ਦੇ ਉੱਤੇ ਧਰਨੇ ਪ੍ਰਦਰਸ਼ਨ ਕਰਦੇ ਰਹਿਣ। ਇਸ ਖਬਰ ਦੇ ਉੱਤੇ ਟਿੱਪਣੀ ਕਰਦੇ ਹਾਂ ਦੋਸਤੋ। ਪਹਿਲੀ ਗੱਲ ਤਾਂ ਅਸੀਂ ਕਹਾਂਗੇ ਜਿਹੜੀ ਚਿੱਠੀ ਨੱਡਾ ਦੇ ਵੱਲੋਂ ਕੈਪਟਨ ਅਮਰਿੰਦਰ ਸਿੰਘ ਨੂੰ ਲਿਖੀ ਗਈ ਹੈ ਤੇ ਉਸ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਵੱਲੋਂ ਨੱਡਾ ਨੂੰ ਲਿਖੀ ਗਈ ਸੀ, ਇਹਨਾਂ ਦੋਹਾਂ ਚਿੱਠੀਆਂ ਦੀ ਰੂਪਰੇਖਾ ਪੜ੍ਹ ਕੇ ਤੇ ਬਹੁਤ ਕੁਝ ਸਾਹਮਣੇ ਆ ਜਾਂਦਾ, ਬਹੁਤ ਸਾਰੇ ਤੱਥ ਸਾਹਮਣੇ ਆ ਜਾਂਦੇ ਆ। ਸਭ ਤੋਂ ਵੱਡੀ ਗੱਲ ਇਹ ਸਾਹਮਣੇ ਆਉਂਦੀ ਆ ਕਿ ਇਹ ਸਾਰੀ ਪਖੰਡਬਾਜ਼ੀ ਆ। ਕੈਪਟਨ ਅਮਰਿੰਦਰ ਸਿੰਘ ਪ੍ਰਧਾਨ ਮੰਤਰੀ ਨੂੰ ਚਿੱਠੀ ਲਿਖਣ ਦੀ ਥਾਂ ਦੇ ਉੱਤੇ ਜਾਂ ਉਹਨਾਂ ਨੂੰ ਮਿਲਣ ਦੀ ਥਾਂ ਦੇ ਉੱਤੇ ਤੇ BJP ਦੇ ਪ੍ਰਧਾਨ ਨੂੰ ਚਿੱਠੀ ਲਿਖਦੇ ਆ। ਸਮਾਂ ਮੁਲਾਕਾਤ ਦਾ ਜਿਹੜਾ ਮੰਗਣ ਦੀ ਥਾਂ ਦੇ ਉੱਤੇ PM ਦੇ ਕੋਲੋਂ ਤੇ ਉਹ ਰਾਸ਼ਟਰਪਤੀ ਦੇ ਕੋਲੋਂ ਸਮਾਂ ਮੰਗਦੇ ਆ ਤੇ ਉਲਟਾ ਹੁਣ BJP ਦੇ ਪ੍ਰਧਾਨ ਨੇ ਜਿਹੜੇ JP ਨੱਡਾ ਹੋਰੀ, ਉਹ ਕੈਪਟਨ ਅਮਰਿੰਦਰ ਸਿੰਘ ਨੂੰ ਹੀ ਪੰਜਾਬ ਦੇ ਹਾਲਾਤ ਲਈ ਜ਼ਿੰਮੇਵਾਰ ਦੱਸਦੇ ਆ। ਪਰ ਇਹ ਗੱਲ ਕਿਸਾਨ ਵੀ ਜਾਣਦੇ ਤੇ ਪੰਜਾਬ ਦਾ ਬੱਚਾ ਵੀ ਕਿ ਇਹ ਸਾਰੀ ਸਥਿਤੀ ਦੇ ਲਈ ਸਾਰੀਆਂ ਹੀ ਪਾਰਟੀਆਂ ਬਰਾਬਰ ਦੀਆਂ ਜ਼ਿੰਮੇਵਾਰ ਆ। ਕਿਸੇ ਵੀ ਪਾਰਟੀ ਦੇ ਵੱਲੋਂ ਬਣਦੀ ਸਰਦੀ ਭੂਮਿਕਾ ਕਿਸਾਨੀ ਹਿੱਤ ਦੇ ਵਿੱਚ ਨਹੀਂ ਅਦਾ ਕੀਤੀ ਗਈ। ਕਿਸੇ ਵੀ ਪਾਰਟੀ ਨੇ ਖੇਤ ਮਜ਼ਦੂਰਾਂ ਦੇ ਹੱਕਾਂ ਦੇ ਲਈ ਦਿਲੀ ਤੌਰ ਦੇ ਉੱਤੇ ਕਦੇ ਆਵਾਜ਼ ਬੁਲੰਦ ਨਹੀਂ ਕੀਤੀ। ਸਭ ਨੇ ਇੱਥੇ ਆਪੋ ਆਪਣੀ ਡਫਲੀ ਵਜਾਈ ਹੈ। ਉਹ ਡਫਲੀ ਵਜਾਈ ਹੈ, ਕਿਸੇ ਨੇ 2022 ਦੀਆਂ ਚੋਣਾਂ ਦੇ ਮੱਦੇਨਜ਼ਰ, ਕਿਸੇ ਨੇ ਬਿਹਾਰ ਦੀਆਂ ਚੋਣਾਂ ਦੇ ਮੱਦੇਨਜ਼ਰ, ਕਿਸੇ ਨੇ ਕੁਝ ਸੋਚਿਆ, ਕਿਸੇ ਨੇ ਕੁਝ ਸੋਚਿਆ। ਸੋ ਪੰਜਾਬ ਦੇ ਵਰਤਮਾਨ ਹਾਲਾਤ ਦੇ ਲਈ ਤੇ ਕਿਸਾਨੀ ਅੰਦੋਲਨ ਜਿਹੜਾ ਲਗਾਤਾਰ ਅੱਗੇ ਤੋਂ ਅੱਗੇ ਵਧਾਇਆ ਜਾ ਰਿਹਾ, ਇਹਦੇ ਵਾਸਤੇ BJP ਵੀ, ਅਕਾਲੀ ਦਲ ਵੀ, ਕਾਂਗਰਸ ਵੀ ਤੇ ਬਾਕੀ ਧਿਰਾਂ ਵੀ ਬਰਾਬਰ ਦੀਆਂ ਜ਼ਿੰਮੇਵਾਰ ਹੈਗੀਆਂ। ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ਭੂਮਿਕਾ ਕਿੰਨੀ ਕੁ ਵਧੀਆ ਨਿਭਾਈ, ਇਹਦੇ ਬਾਬਤ ਲੋਕਾਂ ਦੇ ਵੱਡੇ ਹਿੱਸੇ ਦਾ ਬਹੁਤ ਕੁਝ ਕਹਿਣਾ।
ਪਰ ਬੀਜੇਪੀ ਹੈ ਜਿਹੜੀ ਉਹ ਪੰਜਾਬ ਦੇ ਵਿੱਚ ਇਸ ਗੱਲ ਨੂੰ ਜਚਾਉਣ ਦੇ ਵਿੱਚ ਅਸਮਰੱਥ ਰਹੀ ਹੈ। ਜੋ ਕੁਝ ਇਸ ਵਕਤ ਹਾਲਾਤ ਬਣੇ ਆ ਉਹਦੇ ਮੱਦੇਨਜ਼ਰ ਜੇਕਰ ਉਹ ਕਿਸਾਨਾਂ ਨੂੰ ਭਰੋਸੇ ਦੇ ਵਿੱਚ ਲੈਂਦੀ ਜਾਂ ਉਹਨਾਂ ਨੂੰ ਇਹ ਗੱਲ ਖੁੱਲ੍ਹ ਕੇ ਕਹਿੰਦੀ ਜੀ ਕਿ ਆਹ ਦੇਖੋ ਜੀ ਅਸੀਂ ਤੁਹਾਡੇ ਲਈ ਆਹ ਕੀਤਾ, ਇਹਦਾ ਨੁਕਸਾਨ ਕੋਈ ਨਹੀਂ, ਇਹਦਾ ਫਾਇਦਾ ਹੀ ਫਾਇਦਾ, ਤਰਕ ਦੇ ਨਾਲ ਗੱਲ ਕੀਤੀ ਹੁੰਦੀ ਤੇ ਜਿਹੜੀਆਂ ਅਸੀਂ ਇਸ ਵਕਤ ਜ਼ੂਮ ਦੇ ਉੱਤੇ ਮੀਟਿੰਗਾਂ ਕਰਦੇ ਹਾਂ ਇਹਦੀ ਥਾਂ ਦੇ ਉੱਤੇ ਲੋਕਾਂ ਦੇ ਵਿੱਚ ਜਾ ਕੇ ਧਰਨਿਆਂ ਦੇ ਵਿੱਚ ਜਾ ਕੇ ਆਪਣਾ ਤਰਕ ਪੇਸ਼ ਕੀਤਾ ਹੁੰਦਾ, ਹਾਲਾਤ ਹੁਣ ਤੱਕ ਬਦਲ ਚੁੱਕੇ ਹੁੰਦੇ। ਪਰ ਜਿਸ ਤਰੀਕੇ ਨਾਲ ਮਾਲ ਗੱਡੀਆਂ ਪੰਜਾਬ ਦੇ ਵਿੱਚ ਨਹੀਂ ਆ ਰਹੀਆਂ ਤੇ ਉਹਦੇ ਉੱਤੇ ਤਰਕ ਪੇਸ਼ ਕੀਤੇ ਜਾ ਰਹੇ ਆ ਤੇ ਨੁਕਸਾਨ ਕਿਹਦਾ? ਆਮ ਲੋਕਾਂ ਦਾ। ਇਹਦੇ ਵਿੱਚ ਨਾ ਇਕੱਲੇ ਕੈਪਟਨ ਸਾਹਿਬ ਦਾ ਨੁਕਸਾਨ ਨਾ ਅਕਾਲੀ ਦਲ ਦਾ, ਨਾ ਭਾਜਪਾ ਦਾ, ਨਾ ਆਪ ਦਾ, ਇਹਦੇ 'ਚ ਪੰਜਾਬ ਦੇ ਇਕੱਲੇ ਉਸ ਵਿਅਕਤੀ ਦਾ ਨੁਕਸਾਨ ਹੈ ਜਿਹੜਾ ਕਿਸੇ ਵੀ ਪਾਰਟੀ ਨਾਲ ਸੰਬੰਧਿਤ ਹੋਵੇ ਤੇ ਜਾਂ ਫਿਰ ਕਿਸੇ ਦੇ ਨਾਲ ਵੀ ਨਾ ਸੰਬੰਧ ਰੱਖਦਾ ਹੋਵੇ। ਪਰ ਲੋੜ ਆ ਇਸ ਵਕਤ ਕਿ ਪੰਜਾਬ ਦੇ ਮਸਲੇ ਹੱਲ ਕੀਤੇ ਜਾਣ, ਨਾ ਕਿ ਇੱਕ ਦੂਜੇ ਨੂੰ ਛੱਜ ਦੇ ਵਿੱਚ ਪਾ ਕੇ ਛੱਟਿਆ ਜਾਵੇ। ਮਨੁੱਖ ਦਾ ਚੇਤਾ ਬਹੁਤ ਕਮਜ਼ੋਰ ਆ। ਅੱਜ ਜੋ ਘਟਨਾ ਵਾਪਰਦੀ ਹੈ ਉਹ ਸਾਨੂੰ 2 ਮਹੀਨਿਆਂ ਬਾਅਦ, 1.5 ਮਹੀਨੇ ਬਾਅਦ, 3 ਮਹੀਨਿਆਂ ਬਾਅਦ ਚੇਤੇ ਰਵੇ, ਇਹ ਜ਼ਰੂਰੀ ਨਹੀਂ। ਮਨੁੱਖ ਦਾ ਚੇਤਾ ਮੈਂ ਕਦੇ ਸੋਚਦਾ ਹੁੰਦਾ ਮੁੱਠੀ ਦੇ ਵਿੱਚ ਪਈ ਰੇਤ ਵਰਗਾ। ਮੁੱਠੀ ਦੇ ਵਿੱਚ ਪਈ ਹੋਈ ਰੇਤ ਕਿਰ ਜਾਂਦੀ ਆ, ਭਾਵੇਂ ਮਿੰਟ ਬਾਅਦ ਕਿਰੇ ਤੇ ਭਾਵੇਂ 30 ਸਕਿੰਟਾਂ ਬਾਅਦ ਤੇ ਭਾਵੇਂ 2 ਮਿੰਟਾਂ ਬਾਅਦ ਕਿਰੇ, ਮੁੱਠੀ ਦੇ ਵਿੱਚ ਕੁਝ ਨਹੀਂ ਰਹਿੰਦਾ। ਇਹ ਸਾਡੀ ਯਾਦਦਾਸ਼ਤ ਵੀ ਇਵੇਂ ਕਮਜ਼ੋਰ ਹੋ ਗਈ ਹੈ, ਚੇਤੇ ਦੇ ਵਿੱਚੋਂ ਗੱਲਾਂ ਕਿਰਦੀਆਂ ਰਹਿੰਦੀਆਂ। ਤੁਹਾਨੂੰ ਚੇਤੇ ਹੋਣਾ ਕਿ 3.5 ਪੌਣੇ 4 ਸਾਲ ਪਹਿਲਾਂ ਅਕਾਲੀ ਦਲ ਭਾਜਪਾ ਗੱਠਜੋੜ ਦੀ ਸਰਕਾਰ ਸੀ। ਉਹਨਾਂ ਦੇ ਰਾਜ ਦੇ ਵਿੱਚ ਬੇਅਦਬੀ ਦੀਆਂ ਘਟਨਾਵਾਂ ਬਹੁਤ ਸਾਰੀਆਂ ਵਾਪਰੀਆਂ ਤੇ ਅਕਾਲੀ ਦਲ ਦੀ ਸਰਕਾਰ ਸਾਬਕਾ ਹੋਣ ਦੇ ਵਿੱਚ ਬਾਕੀ ਗੱਲਾਂ ਦੇ ਨਾਲ ਇਸ ਮੁੱਦੇ ਦਾ ਵੀ ਵੱਡਾ ਯੋਗਦਾਨ ਰਿਹਾ। ਬਰਗਾੜੀ ਦਾ ਮੋਰਚਾ ਲੱਗਾ, ਹੋਰ ਬਹੁਤ ਕੁਝ ਹੋਇਆ, SIT ਬਣਾਈ ਗਈ। ਜਿਸ ਤਰੀਕੇ ਦੇ ਨਾਲ ਬੁਰਜ ਜਵਾਹਰ ਸਿੰਘ ਵਾਲਾ ਦੇ ਵਿੱਚੋਂ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਚੋਰੀ ਹੋਏ, ਇਹ ਇੱਕ ਮੁੱਦਾ ਬਣ ਗਿਆ। ਇਸ ਮੁੱਦੇ ਦਾ ਹੱਲ ਨਹੀਂ ਨਿਕਲਿਆ। ਉਸ ਤੋਂ ਬਾਅਦ ਲੋਕਾਂ ਨੇ ਕਾਂਗਰਸ ਦੀ ਸਰਕਾਰ ਨੂੰ ਚੁਣ ਲਿਆ, ਪਰ ਹਾਲੇ ਤੱਕ ਵੀ ਲਗਾਤਾਰ ਬੇਅਦਬੀਆਂ ਦਾ ਸਿਲਸਿਲਾ ਜਾਰੀ ਹੈ। ਜਿਹੜੇ ਲੋਕ ਬੇਅਦਬੀ ਕਰਦੇ ਆ, ਪਤਾ ਨਹੀਂ ਉਹ ਕਿਹੜੀ ਮਿੱਟੀ ਦੇ ਮਨੁੱਖ ਆ, ਪਤਾ ਨਹੀਂ ਉਹ ਕਿਹੜੀ ਸੋਚ ਦੇ ਤਹਿਤ ਸਾਰਾ ਕੁਝ ਕਰਦੇ ਆ, ਜਾਂ ਉਹਨਾਂ ਨੂੰ ਪਤਾ ਨਹੀਂ ਕਿਹਦੀ ਸਪੋਰਟ ਆ, ਕਿਹਦਾ ਸਹਿਯੋਗ ਆ ਉਹਨਾਂ ਨੂੰ ਖੁਸ਼ ਕਰਨ ਦੇ ਲਈ ਇਹ ਕੁਝ ਕਰਦੇ ਆ। ਪਰ ਮੈਂ ਕਦੇ ਇਹ ਵੀ ਸੋਚਦਾ ਵੀ ਕੋਈ ਬੰਦਾ ਨਾਸਤਕ ਵੀ ਹੋਵੇ, ਕਿਸੇ ਧਰਮ ਨੂੰ ਨਾ ਮੰਨਦਾ ਹੋਵੇ, ਉਹ ਵੀ ਕਿਵੇਂ ਸੋਚ ਸਕਦਾ ਕਿ ਮੈਂ ਗੀਤਾ ਦੀ ਬੇਅਦਬੀ ਕਰਾਂ, ਮੈਂ ਕੁਰਾਨ ਸ਼ਰੀਫ ਦੀ ਬੇਅਦਬੀ ਕਰਾਂ, ਮੈਂ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਾਂ। ਅਸੀਂ ਬੇਸ਼ੱਕ ਕਿਸੇ ਮਸਜਿਦ ਦੇ ਵਿੱਚ ਨਾ ਗਏ ਹੋਈਏ ਅੱਜ ਤੱਕ, ਪਰ ਕਦੇ ਅਸੀਂ ਇਹ ਨਹੀਂ ਸੋਚ ਸਕਦੇ ਕਿ ਮੁਸਲਿਮ ਧਰਮ ਦੇ ਨਾਲ ਸੰਬੰਧਿਤ ਕਿਸੇ ਗ੍ਰੰਥ ਦੀ ਬੇਅਦਬੀ ਕਰੀਏ ਜਾਂ ਸੁੱਚੇ ਹੱਥ ਉਹਨੂੰ ਨਾ ਲਾਈਏ। ਇਹ ਸਾਡੀ ਆਪਣੀ ਸ਼ਰਧਾ, ਇਹ ਸਾਡੀ ਆਪਣੀ ਆਸਥਾ ਵੀ ਅਸੀਂ ਸਹਿਮਤ ਅਸਹਿਮਤ ਕਿਤੇ ਵੀ ਹੋਈਏ, ਸ਼ਰਧਾ ਸਾਡੀ ਕਿਤੇ ਵੀ ਹੋਵੇ ਕਿਤੇ ਨਾ ਹੋਵੇ, ਪਰ ਜਿਹੜਾ ਸਧਾਰਨ ਜਾਂ ਸੰਵੇਦਨਸ਼ੀਲ ਮਨੁੱਖ ਆ ਜਿਹੜਾ ਉਹ ਕਦੇ ਇਹੋ ਜਿਹਾ ਬੱਜਰ ਗੁਨਾਹ ਕਰ ਨਹੀਂ ਸਕਦਾ। ਪਰ ਪੰਜਾਬ ਦੇ ਵਿੱਚ ਬੇਅਦਬੀਆਂ ਫੇਰ ਹੋ ਰਹੀਆਂ। ਪਰ ਇਹਦੇ ਉਲਟ ਇੱਕ ਹੋਰ ਬਿਆਨ ਆਇਆ, ਮੈਂ ਹੈਰਾਨ ਆ ਇਸ ਗੱਲ ਦੇ ਉੱਤੇ। ਬੀਬੀ ਹਰਸਿਮਰਤ ਕੌਰ ਬਾਦਲ ਨੇ ਅੱਜ ਇਹ ਗੱਲ ਕਹੀ ਆ ਕਿ ਪੰਜਾਬ ਦੇ ਵਿੱਚ ਬੇਅਦਬੀਆਂ ਲਗਾਤਾਰ ਵੱਧ ਰਹੀਆਂ, ਪੰਜਾਬ ਦੇ ਵਿੱਚ ਬੇਅਦਬੀਆਂ ਕਰਨ ਵਾਲੇ ਦੋਸ਼ੀਆਂ ਨੂੰ ਬਿਲਕੁਲ ਨੱਥ ਨਹੀਂ ਪੈ ਰਹੀ, ਪੰਜਾਬ ਦੇ ਵਿੱਚ ਧਾਰਮਿਕ ਸੁਰੱਖਿਆ ਬਿਲਕੁਲ ਵੀ ਨਹੀਂ। ਉਹਨਾਂ ਨੇ ਇਹ ਗੱਲ ਕਹੀ ਹੈ ਕਿ ਜਦੋਂ ਸਾਡੀ ਪਾਰਟੀ ਦੀ ਸਰਕਾਰ ਆ ਗਈ ਤਾਂ ਅਸੀਂ ਇਹਨਾਂ ਬੇਅਦਬੀਆਂ ਨੂੰ ਰੋਕਣ ਦੇ ਲਈ ਤੇ ਦੋਸ਼ੀਆਂ ਦੇ ਉੱਤੇ ਸਖਤ ਕਾਰਵਾਈ ਕਰਨ ਦੇ ਲਈ ਬਹੁਤ ਵੱਡੇ ਪ੍ਰਬੰਧ ਕਰਾਂਗੇ। ਹੁਣ ਬੀਬੀ ਜੀ ਨੂੰ ਇਹ ਗੱਲ ਕੌਣ ਸਮਝਾਵੇ ਕਿ ਇਹਨਾਂ ਦੀ ਸ਼ੁਰੂਆਤ ਵੀ ਉਦੋਂ ਹੋਈ ਜਦੋਂ ਤੁਹਾਡੀ ਪਾਰਟੀ ਦੀ ਸਰਕਾਰ ਸੀ। ਤੁਹਾਡੀ ਪਾਰਟੀ ਦੀ ਸਰਕਾਰ ਲੰਮਾ ਸਮਾਂ ਰਹੀ ਉਦੋਂ ਜਦੋਂ ਤੁਸੀਂ ਰੋਕ ਨਹੀਂ ਸਕੇ ਇਸ ਬੇਅਦਬੀ ਕਾਂਡ ਨੂੰ। ਅੱਜ ਵੀ ਪੰਜਾਬ 'ਚ ਉਹੀ ਕੁਝ ਚੱਲਦਾ। ਹੁਣ ਵਾਲੇ ਪਿਛਲੇ ਤੇ ਦੋਸ਼ ਲਾਈ ਜਾਂਦੇ ਆ, ਪਿਛਲੇ ਹੋਣ ਵਾਲਿਆਂ ਤੇ ਦੋਸ਼ ਲਾਈ ਜਾਂਦੇ ਆ ਤੇ ਪਰਨਾਲਾ ਉੱਥੇ ਦਾ ਉੱਥੇ ਹੀ ਆ। ਮਾਮਲੇ ਦੇ ਵਿੱਚ ਕੋਈ ਸੁਧਾਰ ਨਹੀਂ ਹੋਇਆ। ਪਹਿਲਾਂ ਇਸ ਰਿਪੋਰਟ ਦਾ ਵੇਰਵਾ ਤੇ ਬਾਅਦ ਵਿੱਚ ਕਰਾਂਗੇ ਟਿੱਪਣੀ। ਸਾਬਕਾ ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਪੰਜਾਬ ਦੇ ਵਿੱਚ ਅਕਾਲੀ ਦਲ ਦੀ ਸਰਕਾਰ ਮੁੜ ਕੇ ਬਣਨ ਤੇ ਪਾਵਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਨੂੰ ਅੰਜਾਮ ਦੇਣ ਵਾਲੇ ਘਿਨਾਉਣੇ ਜੁਰਮਾਂ ਦੇ ਖਾਤਮੇ ਲਈ ਪਹਿਲ ਦੇ ਆਧਾਰ ਉੱਤੇ ਸਖਤ ਕਦਮ ਚੁੱਕੇ ਜਾਣਗੇ। ਉਹਨਾਂ ਨੇ ਕਿਹਾ ਕਿ ਸੂਬੇ ਦੀ ਕਾਂਗਰਸ ਸਰਕਾਰ ਦੌਰਾਨ ਪੰਜਾਬ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਲਗਾਤਾਰ ਵੱਧ ਰਹੀਆਂ ਨੇ। ਸਰਕਾਰ ਇਹਨਾਂ ਸਾਜ਼ਿਸ਼ਾਂ ਨੂੰ ਬੇਨਕਾਬ ਕਰਨ ਦੇ ਵਿੱਚ ਨਾਕਾਮ ਸਾਬਤ ਹੋਈ ਹੈ। ਬੀਬਾ ਬਾਦਲ ਨੇ ਆਪਣੇ ਫੇਸਬੁੱਕ ਖਾਤੇ ਤੇ ਲਿਖਿਆ, ਪਾਵਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਪੰਜਾਬ ਦੇ ਵਿੱਚ ਵੱਧ ਰਹੀਆਂ ਨੇ ਤੇ ਸੂਬੇ ਦੀ ਕਾਂਗਰਸ ਸਰਕਾਰ ਦੋਸ਼ੀਆਂ ਨੂੰ ਫੜਨ ਤੇ ਅਜਿਹੀਆਂ ਅਤੀ ਨਿੰਦਣਯੋਗ ਹਰਕਤਾਂ ਨਾਲ ਪੰਜਾਬ ਦੀ ਅਮਨ ਸ਼ਾਂਤੀ ਤੇ ਭਾਈਚਾਰਕ ਸਾਂਝ ਨੂੰ ਖਤਮ ਕਰਨ ਦੀਆਂ ਸਾਜ਼ਿਸ਼ਾਂ ਘੜਨ ਵਾਲਿਆਂ ਨੂੰ ਬੇਨਕਾਬ ਕਰਨ ਦੇ ਵਿੱਚ ਪੂਰੀ ਤਰ੍ਹਾਂ ਨਾਕਾਮ ਸਾਬਤ ਹੋਈ ਹੈ। ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਦੇ ਹੀ ਅਜਿਹੇ ਘਿਨਾਉਣੇ ਜੁਰਮਾਂ ਦੇ ਖਾਤਮੇ ਲਈ ਅਸੀਂ ਸਖਤ ਤੇ ਨਤੀਜਾ ਮੁਖੀ ਕਦਮ ਪਹਿਲ ਦੇ ਆਧਾਰ ਦੇ ਉੱਤੇ ਚੁੱਕਾਂਗੇ। ਇਸ ਖਬਰ ਦੇ ਉੱਤੇ ਟਿੱਪਣੀ ਕਰਦੇ ਹਾਂ ਦੋਸਤੋ। ਪਹਿਲੀ ਗੱਲ ਤਾਂ ਅਸੀਂ ਕਹਾਂਗੇ ਅਗਲੀ ਸਰਕਾਰ ਜਿਹੜੀ ਵੀ ਪਾਰਟੀ ਦੀ ਬਣੇ ਉਹ ਵੀ ਬੇਅਦਬੀ ਦੀਆਂ ਘਟਨਾਵਾਂ ਨੂੰ ਰੋਕਣ ਦੇ ਲਈ ਬਹੁਤ ਸਖਤ ਕਦਮ ਚੁੱਕੇ, ਕਦੇ ਵੀ ਇਹੋ ਜਿਹਾ ਕੋਈ ਗੁਨਾਹ ਨਾ ਕਰ ਸਕੇ ਤੇ ਜਿਹਨੇ ਵੀ ਗੁਨਾਹ ਕੀਤਾ ਤੇ ਜਦੋਂ ਸਾਬਤ ਹੋ ਜਾਵੇ ਤੇ ਉਹਨੂੰ ਮਿਸਾਲੀ ਸਜ਼ਾ ਮਿਲੇ। ਇਸ ਸਮੇਂ ਦੀ ਲੋੜ ਹੈ। ਇਹ ਪਹਿਲਾਂ ਵੀ ਲੋੜ ਸੀ, ਵਰਤਮਾਨ ਸਮੇਂ ਦੇ ਵਿੱਚ ਵੀ ਹੈ ਤੇ ਭਵਿੱਖ ਦੇ ਵਿੱਚ ਵੀ ਪੈਣੀ ਹੈ। ਹੁਣ ਵਾਲੀ ਸਰਕਾਰ ਨੂੰ ਵੀ ਇਹ ਕਦਮ ਚੁੱਕਣੇ ਚਾਹੀਦੇ ਆ। ਇਹ ਗੱਲ ਬੜੀ ਸਾਫ਼ ਤੇ ਸਪਸ਼ਟ ਹੈ। ਪਰ ਗੱਲ ਫਿਰ ਉੱਥੇ ਆ ਜਾਂਦੀ ਹੈ ਜਿਹੜੀ ਮੈਂ ਮੁੱਢ ਦੇ ਵਿੱਚ ਕਹੀ ਹੈ
ਕਿ ਅਕਾਲੀ ਦਲ ਤੇ ਭਾਜਪਾ ਗੱਠਜੋੜ ਦੀ ਸਰਕਾਰ ਦੇ ਵਿੱਚ ਹੀ ਬੇਅਦਬੀ ਕਾਂਡ ਬਹੁਤ ਵੱਡੇ ਪੱਧਰ ਤੇ ਹੋਏ, ਉਦੋਂ ਉਹਨਾਂ ਦੀ ਭੂਮਿਕਾ ਦੇ ਉੱਤੇ ਵੀ ਬਹੁਤ ਸਾਰੇ ਸਵਾਲ ਉੱਠੇ ਵੀ ਉਹਨਾਂ ਨੇ ਕਿੰਨੇ ਕੁ ਦੋਸ਼ੀਆਂ ਨੂੰ ਫੜਿਆ, ਕਿੰਨੀ ਕੁ ਪੁਲਿਸੀਆ ਕਾਰਵਾਈ ਹੋਈ ਆ। SIT ਬਣਾਈ, ਡਰਾਮੇਬਾਜ਼ੀ ਜੀ ਹੋਈ, ਗੱਲ ਕਿਸੇ ਤਣ ਪੱਤਣ ਨਹੀਂ ਲੱਗੀ। ਕਦੇ ਕੁਝ ਸਾਹਮਣੇ ਆਇਆ, ਕਦੇ ਕੁਝ ਸਾਹਮਣੇ ਆਇਆ, ਪਰ ਲੋਕਾਂ ਦੀ ਕਦੇ ਸੰਤੁਸ਼ਟੀ ਨਹੀਂ ਹੋਈ। ਆਪਾਂ ਜਾਣਦੇ ਹਾਂ ਕਿ ਬਹਿਬਲ ਕਲਾਂ ਗੋਲੀ ਕਾਂਡ ਕਿਉਂ ਵਾਪਰਿਆ, ਉਹ ਵੀ ਅਕਾਲੀ ਦਲ ਦੇ ਰਾਜ ਦੇ ਵਿੱਚ ਹੋਇਆ। ਹੁਣ ਵਾਲੀ ਜਿਹੜੀ ਸਰਕਾਰ ਆ ਇਹਦੇ ਵੱਲੋਂ ਵੀ ਕੋਈ ਬਹੁਤ ਹੀ ਵਧੀਆ ਕਾਰਵਾਈ ਕੀਤੀ ਨਹੀਂ ਗਈ। ਬੇਅਦਬੀ ਕਾਂਡ ਦੇ ਮੁਤਲਕ ਹਾਲੇ ਤੱਕ ਇਨਸਾਫ ਮਿਲਿਆ ਨਹੀਂ। ਕੁਝ ਕੁ ਪੰਥਕ ਜਥੇਬੰਦੀਆਂ ਜਿਹੜੀਆਂ ਉਹ ਆਪਸ ਦੇ ਵਿੱਚ ਸਮੇਂ-ਸਮੇਂ ਤੇ ਭਿੜੀਆਂ। ਕਿਸੇ ਨੇ ਇਹ ਗੱਲ ਕਹੀ ਕਿ ਬਰਗਾੜੀ ਵਾਲੇ ਮੋਰਚੇ ਦੇ ਵਿੱਚ ਫਲਾਣੇ ਨੇ ਸੰਨ ਲਾਈ ਆ, ਯਾਨੀ ਕਿ ਕਈ ਲੋਕ ਕਈ ਨੇਤਾਵਾਂ ਦੀ ਬੁੱਕਲ ਦੇ ਵਿੱਚ ਬੈਠ ਕੇ ਕਈ ਕੁਝ ਕਰ ਗਏ ਆ। ਪਰ ਗੱਲ ਫਿਰ ਉੱਥੇ ਆ ਕੇ ਮੁੱਕਦੀ ਆ ਵੀ ਇਹਨਾਂ ਮੁੱਦਿਆਂ ਦੇ ਉੱਤੇ ਰਾਜਨੀਤੀ ਨਾ ਕੀਤੀ ਜਾਵੇ। ਇਹ ਗੱਲ ਕਹਿਣੀ ਕਿ ਜੇ ਸਾਡੀ ਪਾਰਟੀ ਦੀ ਸਰਕਾਰ ਆ ਗਈ, ਜਦੋਂ ਸਰਕਾਰ ਆ ਗਈ ਅਸੀਂ ਇਉਂ ਕਰ ਦਿਆਂਗੇ, ਇਹ ਗੱਲ ਚੇਤੇ ਰੱਖਣੀ ਚਾਹੀਦੀ ਹੈ ਕਿ ਸਾਡੀ ਹੀ ਸਰਕਾਰ ਦੇ ਮੌਕੇ ਇਦਾਂ ਦਾ ਕੁਝ ਬਹੁਤ ਵੱਡੇ ਪੱਧਰ ਤੇ ਹੋਇਆ। ਜਦੋਂ ਵਰਤਮਾਨ ਸਰਕਾਰ ਦੇ ਵੱਲੋਂ ਵੀ ਖਬਰ ਆਉਂਦੀ ਹੈ ਕਿ ਅਸੀਂ ਜੀ ਬੇਅਦਬੀ ਕਰਨ ਵਾਲੇ ਦੋਸ਼ੀਆਂ ਨੂੰ ਸਿੱਧੇ ਕਰ ਦਿਆਂਗੇ, ਅਸੀਂ ਤਾਂ ਜੀ ਇਹਨਾਂ ਨੂੰ ਬਖਸ਼ਾਂਗੇ ਨਹੀਂ, ਅਸੀਂ ਤਾਂ ਜੀ ਸਿੱਖਾਂ ਦੇ ਪਿੱਛੇ ਕਰ ਦਿਆਂਗੇ। ਹਾਸਾ ਆਉਂਦਾ ਇਸ ਗੱਲ ਦੇ ਉੱਤੇ ਕਿ ਕਿਹਨੂੰ ਇਸ ਵਕਤ ਬੁੱਧੂ ਬਣਾਇਆ ਜਾ ਰਿਹਾ। SIT ਦੀ ਕਾਰਵਾਈ ਕਦੇ ਇੱਕਦਮ ਤੇਜ਼, ਕਦੇ ਬਿਲਕੁਲ ਠੰਡੇ ਬਸਤੇ ਦੇ ਵਿੱਚ। ਇਹੋ ਜਿਹੀਆਂ ਖਬਰਾਂ ਪੜ੍ਹ ਕੇ ਹੁਣ ਅੱਖਾਂ ਜਿਹੜੀਆਂ ਉਹ ਅੱਕ ਚੁੱਕੀਆਂ, ਕੰਨ ਆ ਜਿਹੜੇ ਉਹ ਇਸ ਵਕਤ ਉਕਤਾ ਗਏ ਆ, ਕੰਨ ਵੀ ਅੱਕੇ ਪਏ ਆ। ਕੰਨ ਵੀ ਇਹੋ ਜਿਹੀਆਂ ਖਬਰਾਂ ਸੁਣਨਾ ਨਹੀਂ ਚਾਹੁੰਦੇ ਵੀ SIT ਨੇ ਆਹ ਕਰਤਾ, ਕਿਉਂਕਿ ਲੋਕਾਂ ਨੂੰ ਪਤਾ ਵੀ ਕਾਰਵਾਈ ਕਿੰਨੀ ਕੁ ਤੇਜ਼ ਹੋਈ ਆ, ਕਿਉਂ ਨਹੀਂ ਤੇਜ਼ ਹੋਈ, ਕਿਹਦੇ ਇਸ਼ਾਰੇ ਦੇ ਉੱਤੇ ਕੀ ਕਾਰਵਾਈ ਹੋ ਰਹੀ ਆ। ਅਸੀਂ ਤਾਂ ਸਿਰਫ ਇੰਨੀਆਂ ਗੱਲਾਂ ਸੁਣਦੇ ਹਾਂ ਕਿ ਉਹਨੂੰ ਨਾਮਜ਼ਦ ਕਰ ਲਿਆ ਇਸ ਮਾਮਲੇ 'ਚ, ਉਹਦੀ ਪੁੱਛਗਿੱਛ ਕੀਤੀ ਜਾ ਰਹੀ ਹੈ ਤੇ ਉਸ ਤੋਂ ਬਾਅਦ ਗੱਲ ਖਤਮ। ਸੋ ਇਹ ਗੱਲਾਂ ਖਤਮ ਨਾ ਕੀਤੀਆਂ ਜਾਣ। ਗੱਲ ਲੋਕਾਂ ਦੀ ਧਾਰਮਿਕ ਆਸਥਾ ਦੀ ਹੈ, ਗੱਲ ਰਾਜਨੀਤੀ ਦੀ ਨਹੀਂ। ਰਾਜਨੀਤੀ ਤਾਂ ਜਿਹੜੀ ਪੰਜਾਬ ਦੇ ਵਿੱਚ ਤੇ ਸਮੁੱਚੇ ਭਾਰਤ ਦੇ ਵਿੱਚ ਜਿਉਂਦਿਆਂ ਮੋਇਆਂ, ਜੰਮਦਿਆਂ, ਤੁਰਦਿਆਂ, ਫਿਰਦਿਆਂ, ਵਿਚਰਦਿਆਂ ਸਭ ਕੁਝ ਦੇ ਉੱਤੇ ਹੁੰਦੀ ਹੈ। ਪਰ ਕੁਝ ਕੁ ਮਸਲੇ ਇਹੋ ਜਿਹੇ ਹੁੰਦੇ ਆ ਜਿਨ੍ਹਾਂ ਨੂੰ ਛੱਡ ਦੇਣਾ ਚਾਹੀਦਾ। ਧਾਰਮਿਕ ਮੁੱਦਿਆਂ ਦੇ ਉੱਤੇ ਰਾਜਨੀਤੀ ਕਰਨਾ ਇੱਕ ਬਹੁਤ ਵੱਡੀ ਗਲਤੀ ਵੀ ਆ, ਪਰ ਨਹੀਂ ਸਮਝਿਆ ਜਾਂਦਾ ਇਸ ਗੱਲ ਨੂੰ। ਇਸ ਗੱਲ ਦੇ ਉੱਤੇ ਦੁੱਖ ਵੀ ਹੈ। ਪਾਕਿਸਤਾਨ ਦੀ ਸਰਕਾਰ ਦੇ ਵੱਲੋਂ ਇੱਕ ਇਹੋ ਜਿਹਾ ਕੰਮ ਕੀਤਾ ਗਿਆ ਜਿਹਦੇ ਕਰਕੇ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਬੇਨਤੀ ਕੀਤੀ ਗਈ ਹੈ ਕਿ ਇਮਰਾਨ ਖਾਨ ਦੇ ਨਾਲ ਸੰਪਰਕ ਸਥਾਪਿਤ ਕਰਕੇ ਤੇ ਕਰਤਾਰਪੁਰ ਸਾਹਿਬ ਦੇ ਗੁਰਦੁਆਰੇ ਨੂੰ ਜਿਹੜੇ ਅਦਾਰੇ ਦੇ, ਜਿਹੜੀ ਸੰਸਥਾ ਦੇ ਹਵਾਲੇ ਕੀਤਾ ਗਿਆ, ਸਿੱਖਾਂ ਨਾਲ ਸੰਬੰਧਿਤ ਜੋ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਆ ਉਹਦੇ ਹਵਾਲੇ ਕੀਤਾ ਜਾਵੇ। ਤੇ ਇਹ ਵੀ ਗੱਲ ਕਹੀ ਆ ਕਿ ISI ਦੇ ਜਿਹੜੇ ਮੈਂਬਰ ਆ ਜਾਂ ISI ਦੀ ਅਗਵਾਈ ਦੇ ਵਿੱਚ ਜਿਹੜੀ ਇਹ ਸੰਸਥਾ ਚੱਲਦੀ ਹੈ, ਉਹ ਕਿਵੇਂ ਪਾਕਿਸਤਾਨ ਦੇ ਇਸ ਗੁਰਦੁਆਰੇ ਯਾਨੀ ਕਿ ਗੁਰਦੁਆਰਾ ਕਰਤਾਰਪੁਰ ਸਾਹਿਬ ਦੀ ਸੁਰੱਖਿਆ ਦਾ ਕੰਮ ਸੰਭਾਲ ਸਕਦੀ ਹੈ। ਪਰ ਪਤਾ ਲੱਗਾ ਜੀ ਕਿ ਪਾਕਿਸਤਾਨ ਦੇ ਵੱਲੋਂ ਇਹ ਸਾਰਾ ਕੁਝ ਆ ਜਿਹੜਾ ਉਹ ਬਿਜ਼ਨਸ ਵਾਲੀ ਸੋਚ ਦੇ ਨਾਲ, ਬਿਜ਼ਨਸ ਮਾਈਂਡਡ ਹੋ ਕੇ ਕੀਤਾ ਗਿਆ। ਮੈਂ ਖੁਦ ਇਸ ਗੱਲ ਦੇ ਉੱਤੇ ਹੈਰਾਨ ਆ ਵੀ ਜਦੋਂ ਪਾਕਿਸਤਾਨ ਦੇ ਵਿੱਚ ਸਿੱਖ ਘੱਟ ਗਿਣਤੀ ਦੇ ਵਿੱਚ ਹੈਗੇ ਆ, ਉਹ ਜਦੋਂ ਗੁਰਦੁਆਰਿਆਂ ਦੇ ਪ੍ਰਬੰਧ ਨੂੰ ਸੰਭਾਲ ਸਕਦੇ ਆ, ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਹਿੰਦੀ ਵੀ ਜੇਕਰ ਸਾਨੂੰ ਆਗਿਆ ਮਿਲੇ ਤਾਂ ਅਸੀਂ ਵੀ ਇਸ ਗੁਰਦੁਆਰੇ ਦੀ ਸੰਭਾਲ ਦਾ ਕੰਮ ਕਰ ਸਕਦੇ ਹਾਂ, ਇਹਦੇ ਵਿੱਚੋਂ ਕੋਈ ਪੈਸੇ ਕਮਾਉਣ ਵਾਲੀ, ਵੱਟਤ ਕਰਨ ਵਾਲੀ ਗੱਲ ਨਹੀਂ ਆ, ਤਾਂ ਉਹ ਕਿਹੜੇ ਕਾਰਨ ਆ ਜਿਹਦੇ ਕਰਕੇ ISI ਦੀ ਅਗਵਾਈ 'ਚ ਚੱਲਦੀ ਇੱਕ ਸੰਸਥਾ ਨੂੰ ਇਸ ਕੰਮ ਦਾ ਜ਼ਿੰਮਾ ਸੌਂਪਿਆ ਗਿਆ। ਪਹਿਲਾਂ ਇਸ ਰਿਪੋਰਟ ਦਾ ਵੇਰਵਾ ਤੇ ਬਾਅਦ ਵਿੱਚ ਕਰਾਂਗੇ ਟਿੱਪਣੀ। ਕਰਤਾਰਪੁਰ ਸਾਹਿਬ ਦਾ ਪ੍ਰਬੰਧਨ ਤੇ ਰੱਖ ਰਖਾਅ ਸਿੱਖਾਂ ਨੂੰ ਸੌਂਪਿਆ ਜਾਵੇ, ਇਹ ਮੰਗ ਕਰਦਿਆਂ ਅਕਾਲੀ ਦਲ ਦੇ ਬੁਲਾਰੇ ਦਲਜੀਤ ਸਿੰਘ ਚੀਬਾ ਨੇ ਕਿਹਾ ਕਿ ਇਮਰਾਨ ਸਰਕਾਰ ਨੂੰ ਫੈਸਲਾ ਬਦਲਣਾ ਚਾਹੀਦਾ। ਉਹਨਾਂ ਨੇ ਸਵਾਲ ਕੀਤਾ ਕਿ ਗੁਰੂ ਨਾਨਕ ਦੇਵ ਜੀ ਦੇ ਦਰਬਾਰ ਸਾਹਿਬ ਵਿੱਚੋਂ ਸਿੱਖਾਂ ਨੂੰ ਕਿਵੇਂ ਹਟਾਇਆ ਜਾ ਸਕਦਾ ਹੈ। ਚੀਮਾ ਨੇ ਕਿਹਾ ਕਿ ਪਾਕਿਸਤਾਨ ਦਾ ਨਵਾਂ ਫੈਸਲਾ ਬਦਲਣ ਦੇ ਲਈ ਭਾਰਤ ਸਰਕਾਰ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਬਾਅ ਬਣਾਉਣ। ਪਾਕਿਸਤਾਨ ਦੀ ਇਮਰਾਨ ਸਰਕਾਰ ਨੇ ਕਰਤਾਰਪੁਰ ਸਾਹਿਬ ਗੁਰਦੁਆਰੇ ਦਾ ਰੱਖ ਰਖਾਅ ਯਾਨੀ ਕਿ ਮੈਨੇਜਮੈਂਟ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਖੋਹ ਕੇ ETPB ਯਾਨੀ ਕਿ ਇਕੋਈ ਟਰਸਟ ਪ੍ਰਾਪਰਟੀ ਬੋਰਡ ਨੂੰ ਦੇ ਦਿੱਤੀ ਹੈ। ਭਾਰਤ ਦੇ ਲਈ ਇਹ ਵੱਡੀ ਚਿੰਤਾ ਦੀ ਗੱਲ ਹੈ। ਇਸ ਬੋਰਡ ਦੀ ਪ੍ਰੋਜੈਕਟ ਮੈਨੇਜਮੈਂਟ ਯੂਨਿਟ ਦੇ ਵਿੱਚ ਕੁੱਲ 9 ਮੈਂਬਰ ਨੇ, ਪਰ ਉਹਨਾਂ ਦੇ ਵਿੱਚ ਇੱਕ ਵੀ ਸਿੱਖ ਭਾਈਚਾਰੇ ਤੋਂ ਨਹੀਂ ਹੈ। ਗੌਰ ਕਰਨ ਵਾਲੀ ਗੱਲ ਇਹ ਕਿ ਇਹ ਪ੍ਰੋਜੈਕਟ ਯੂਨਿਟ ਦੇ ਵਿੱਚ ਤਾਇਨਾਤ ਸਾਰੇ 9 ਮੈਂਬਰਾਂ ETPB ਨਾਲ ਤਾਲੁਕ ਰੱਖਦੇ ਨੇ ਤੇ ਪਾਕਿਸਤਾਨ ਦੇ ਵਿੱਚ ETBP ਨੂੰ ISI ਪੂਰੇ ਤਰੀਕੇ ਨਾਲ ਕੰਟਰੋਲ ਕਰਦੀ ਹੈ। ਹੁਣ ਕਰਤਾਰਪੁਰ ਗੁਰਦੁਆਰੇ ਦਾ ਰੱਖ ਰਖਾਅ ਯਾਨੀ ਕਿ ਦੇਖਭਾਲ ISI ਦੀ ਨਿਗਰਾਨੀ ਵਿੱਚ ਹੋਵੇਗੀ। ਤਾਰਿਕ ਖਾਨ ਨੂੰ ਪ੍ਰੋਜੈਕਟ ਮੈਨੇਜਮੈਂਟ ਯੂਨਿਟ ਦਾ CEO ਬਣਾਇਆ ਗਿਆ। ਜਾਣਕਾਰੀ ਦੇ ਮੁਤਾਬਕ ਪਾਕਿਸਤਾਨ ਸਰਕਾਰ ਦੇ ਫੈਸਲੇ ਦੀ ਕਾਪੀ ਭਾਰਤ ਦੇ ਮੀਡੀਆ ਕੋਲ ਹੈ, ਜਿਹਦੇ ਵਿੱਚ ਇਹ ਗੱਲ ਕਹੀ ਗਈ ਹੈ ਕਿ ਗੁਰਦੁਆਰੇ ਦਾ ਪ੍ਰਬੰਧ ਪ੍ਰੋਜੈਕਟ ਮੈਨੇਜਮੈਂਟ ਯੂਨਿਟ ਇਸ ਸੰਬੰਧ ਦੇ ਵਿੱਚ ਇੱਕ ਪ੍ਰੋਜੈਕਟ ਬਿਜ਼ਨਸ ਪਲਾਨ ਲਾਗੂ ਕਰੇਗੀ। ਯਾਨੀ ਕਿ ਇਮਰਾਨ ਖਾਨ ਸਰਕਾਰ ਆਸਥਾ ਦੇ ਸਥਾਨ ਨੂੰ ਕਾਰੋਬਾਰੀ ਸਥਾਨ ਦੇ ਵਿੱਚ ਬਦਲਣ ਦਾ ਇਰਾਦਾ ਰੱਖਦੀ ਹੈ। ਇਸ ਤੋਂ ਪਹਿਲਾਂ $20 ਪ੍ਰਤੀ ਸ਼ਰਧਾਲੂ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਵਾਸਤੇ ਫੀਸ ਲਾਈ ਗਈ। ਪਾਕਿਸਤਾਨ ਇਸ ਗਲਿਆਰੇ ਤੋਂ ਹਰ ਸਾਲ 258 ਕਰੋੜ ਰੁਪਏ ਦਾ ਇਰਾਦਾ ਰੱਖਦਾ ਹੈ। ਭਾਰਤ ਨੇ ਕਈ ਵਾਰ ਪਾਕਿਸਤਾਨ ਦੇ ਕੋਲੇ ਇਸ ਗੱਲ ਦਾ ਵਿਰੋਧ ਪ੍ਰਗਟਾਇਆ, ਪਰ
ਉਹ ਸਹਿਮਤ ਨਹੀਂ ਹੋਇਆ। ਇਸ ਖਬਰ ਦੇ ਉੱਤੇ ਟਿੱਪਣੀ ਕਰਦਿਆਂ ਦੋਸਤੋ ਪਹਿਲੀ ਗੱਲ ਤਾਂ ਅਸੀਂ ਕਹਾਂਗੇ, ਜੋ ਪਾਕਿਸਤਾਨ ਦੇ ਵੱਲੋਂ ਇਹ ਹਰਕਤ ਕੀਤੀ ਗਈ ਹੈ ਇਹ ਬੜੀ ਚਿੰਤਾਜਨਕ ਹੈ, ਬੜੀ ਮੰਦਭਾਗੀ ਹੈ। ਜਦੋਂ ਪਾਕਿਸਤਾਨ ਦੇ ਵਿੱਚ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਤਾਂ ਫਿਰ ਉਹਦੇ ਕੋਲੋਂ ਸਾਰੇ ਅਧਿਕਾਰ ਖੋਹ ਕੇ ਤੇ ਇਹ ਈਟੀਬੀਪੀ ਨੂੰ ਦੇਣ ਦੀ ਲੋੜ ਕੀ ਸੀ, ਸਵਾਲ ਇਹ ਵੀ ਹੈ। ਉਸ ਤੋਂ ਅਗਲੀ ਗੱਲ ਇਹ ਹੈ ਵੀ ਅਸੀਂ ਇਹ ਨਹੀਂ ਕਹਿੰਦੇ ਕਿ $20 ਨਾ ਲਾਓ, ਅਸੀਂ ਇਹ ਗੱਲ ਕਹਿੰਦੇ ਹਾਂ ਕਿ $20 ਦੀ ਥਾਂ ਦੇ ਉੱਤੇ 25 ਲਾਏ ਜਾਣ ਭਾਵੇਂ, ਪਰ ਗੱਲ ਇਹ ਹੈ ਵੀ ਜਿਹੜੇ ਲੋਕ ਨਹੀਂ ਵਿੱਤੀ ਤੌਰ ਦੇ ਉੱਤੇ ਮਜ਼ਬੂਤ ਉਹਨਾਂ ਦਾ ਖਰਚਾ ਸ਼੍ਰੋਮਣੀ ਕਮੇਟੀ ਨੂੰ ਤੇ ਬਾਕੀ ਸੰਸਥਾਵਾਂ ਨੂੰ ਵੀ ਚੱਕਣਾ ਚਾਹੀਦਾ, ਕਿਉਂਕਿ ਉਹਨਾਂ ਨੇ ਪੈਸੇ ਲਾਏ ਆ। ਜੇਕਰ ਉਹਨਾਂ ਨੇ ਸੈਂਕੜੇ ਕਰੋੜ ਰੁਪਈਆ ਲਾਇਆ, ਉਹਨਾਂ ਨੇ ਕਮਾਉਣ ਦੇ ਲਈ ਵੀ ਲਾਇਆ ਹੋਣਾ। ਜ਼ਰੂਰੀ ਨਹੀਂ ਕਿ ਜਿਵੇਂ ਅਸੀਂ ਸੋਚਦੇ ਹਾਂ ਦੂਜੀ ਧਿਰ ਵੀ ਉਵੇਂ ਸੋਚੇ। ਪਰ ਜਿਹੜੀ ਇਹ ਹਰਕਤ ਕੀਤੀ ਗਈ ਹੈ ਇਹ ਬੜੀ ਮੰਦੜੀ ਹੈ। ਇਸ ਮਾਮਲੇ ਦੇ ਵਿੱਚ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਮਰਾਨ ਖਾਨ ਦੇ ਨਾਲ ਕਦੋਂ ਕੁ ਸੰਪਰਕ ਸਥਾਪਿਤ ਕਰਨਗੇ? ਕੀ ਇਮਰਾਨ ਖਾਨ ਦੀ ਸਰਕਾਰ ਇਸ ਮਾਮਲੇ ਦੇ ਉੱਤੇ ਫੈਸਲਾ ਆਪਣਾ ਪਲਟੂਗੀ? ਕੀ ਪੰਜਾਬ ਦੇ ਵਿੱਚ ਅਕਾਲੀ ਦਲ ਤੇ ਹੋਰ ਜਿਹੜੀਆਂ ਜਥੇਬੰਦੀਆਂ ਉਹਨਾਂ ਦੇ ਵੱਲੋਂ ਜਾਂ ਸਿਆਸੀ ਪਾਰਟੀਆਂ ਦੇ ਵੱਲੋਂ ਕੁਝ ਨਾ ਕੁਝ ਕੀਤਾ ਜਾਊਗਾ? ਇਸ ਮਾਮਲੇ ਦੇ ਉੱਤੇ ਹੁਣ ਜਾ ਕੇ ਸੰਪਰਕ ਕੀਤਾ ਜਾਊਗਾ ਵਿਦੇਸ਼ ਵਿਭਾਗ ਦੇ ਨਾਲ, ਪ੍ਰਧਾਨ ਮੰਤਰੀ ਨਾਲ, ਗ੍ਰਹਿ ਵਿਭਾਗ ਦੇ ਮੰਤਰੀ ਦੇ ਨਾਲ। ਇਹ ਆਉਂਦੇ ਸਮੇਂ ਦੇ ਵਿੱਚ ਸਾਰੀ ਗੱਲ ਸਾਫ਼ ਹੋ ਜਾਣੀ ਆ। ਖਬਰਾਂ ਦੇ ਉੱਤੇ ਵਿਚਾਰ ਚਰਚਾ ਦੋਸਤੋ ਹੋਰ ਵੀ ਕੀਤੀ ਜਾ ਸਕਦੀ ਸੀ, ਪਰ ਜੋ ਵਕਤ ਦੀ ਘਾਟੇ ਰੁਕਣ ਦਾ ਇਸ਼ਾਰਾ ਕਰ ਰਹੀ ਹੈ। ਕੱਲ੍ਹ ਨੂੰ ਇਸੇ ਵੇਲੇ ਖਬਰ ਦੀ ਖਬਰ ਲੈ ਕੇ ਫਿਰ ਹਾਜ਼ਰ ਹੋਵਾਂਗੇ। ਉਦੋਂ ਤੱਕ ਲਈ ਆਗਿਆ ਦਿਓ। ਬਹੁਤ ਬਹੁਤ ਮਿਹਰਬਾਨੀ।